ਸਰੂਪਾਂ ਦੀ ਬੇਦ ਉੱਥੇ ਜਿਹੜੇ ਗੁੰਮ ਹੋਏ ਉਹਨਾਂ ਦਾ ਅੱਜ ਤੱਕ ਪਤਾ ਨਹੀਂਗਾ ਚੱਜ ਨਾਲ ਲੱਗਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਹੋਈ ਆਪ ਹੀ ਕਹਿੰਦੀ 267 ਨੇ, ਹੁਣ 328 ਤੇ ਹੋ ਗਈ, ਪਲੱਸ 125 ਜਿਹੜੇ ਹੋਰ ਨੇ ਉਹਨਾਂ ਦੇ, ਕਿ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਕਿੰਨੇ ਕੁ ਸਰੂਪ ਛਾਪੇ ਨੇ ਤੇ ਕਿੰਨੇ ਕੁ ਰਿਕਾਰਡ ਦੇ ਵਿੱਚ ਨੇ ਹੈਗੇ ਨੇ ਤੇ ਕਿੰਨੇ ਕੁ ਗੈਪ ਹੋਏ ਨੇ। ਕਿ ਜਥੇਦਾਰ ਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰ ਲਏ। ਉਹਨੂੰ ਪਤਾ ਸੀ ਕਿ ਢੱਡਰੀਆਂ ਵਾਲੇ ਨੂੰ ਜਿਹੜਾ ਹੈ ਪੰਥ ਦੇ ਵਿੱਚੋਂ ਛੇਕਣ ਦਾ ਨਾਲ ਬਹੁਤ ਜ਼ਿਆਦਾ ਮੇਰੀ ਸਪੋਰਟ ਬਣ ਜਾਏਗੀ। ਕੁਝ ਜਿਹੜੀਆਂ ਸੰਪਰਦਾਵਾਂ ਨੇ ਉਹ ਨਾਲ ਸੰਪਰਦਾਈ ਲੋਕ ਨਾਲ ਆ ਖਲੋਣਗੇ ਤੇ ਮੇਰਾ ਇਹ ਜਿਹੜਾ ਰੌਲਾ ਘਚੋਲਾ ਉਹ ਵੀ ਵਿੱਚੇ ਹੀ ਰਹਿ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਪੰਜ ਸਿੰਘ ਸਾਹਿਬਾਨ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੁਝ ਅਹਿਮ ਫੈਸਲੇ ਸੰਗਤ ਨੂੰ ਸੁਣਾਏ ਗਏ ਸਨ। ਪਰ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਿਰਦਾਰ ਦੇ ਉੱਤੇ ਹੁਣ ਬੁੱਧੀਜੀਵੀ ਸ਼ੰਕੇ ਕਰ ਰਹੇ ਨੇ? ਕਿਉਂ ਸਵਾਲਾਂ ਤੇ ਸਵਾਲ ਦਾਗੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ? ਆਖਿਰ ਕਿਉਂ ਉਹਨਾਂ ਵੱਲੋਂ ਲਿੱਤੇ ਗਏ ਫੈਸਲਿਆਂ ਨੂੰ ਖਾਨਾ ਪੂਰਤੀ ਕਰਾਰ ਦਿੱਤਾ ਜਾ ਰਿਹਾ ਹੈ? ਇਹ ਸਾਰੇ ਮਸਲੇ ਉੱਤੇ ਆਖਿਰ ਕੀ ਕਹਿ ਰਹੇ ਨੇ ਭਾਈ ਰਾਜਵੰਤ ਸਿੰਘ ਕੰਗ? ਤੁਸੀਂ ਆਪ ਸੁਣੋ ਕਿ ਕਿਉਂ ਉਹਨਾਂ ਨੇ ਸਵਾਲ ਚੱਕੇ। ਫਤਿਹ ਜਥੇਦਾਰ ਇਕਬਾਲ ਸਿੰਘ, ਸੁੱਚਾ ਸਿੰਘ ਲੰਗਾ ਤੇ ਹੋਰ ਕਈ ਅਹਿਮ ਮਸਲਿਆਂ ਨੂੰ ਲੈ ਕੇ ਤੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਰਾਜਵੰਤ ਸਿੰਘ ਕੰਗ, ਧਰਮੀ ਫੌਜੀ ਜੂਨ 1984। ਵੀਰੋ, ਜਿਹੜੀ ਮੈਂ ਆਪ ਜੀ ਨਾਲ ਵਿਚਾਰ ਕਰਨ ਲੱਗਾ ਹਾਂ ਕਿ 3-4 ਦਿਨ ਪਹਿਲਾਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਭਾਈ ਹਰਪ੍ਰੀਤ ਸਿੰਘ, ਉਹਨਾਂ ਵੱਲੋਂ ਜਿਹੜਾ ਹੈ ਉੱਥੇ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ, ਉਹਦੇ ਤੇ ਆਪਾਂ ਵਿਚਾਰ ਕਰਨ ਲੱਗੇ ਹਾਂ। ਮੇਰੇ ਕਈਆਂ ਵੀਰਾਂ ਨੇ ਉਹਨੂੰ ਚੰਗਾ ਆਖਿਆ, ਕਈਆਂ ਨੇ ਮਾੜਾ ਆਖਿਆ। ਆਪਾਂ ਉੱਤੇ ਵਿਚਾਰ ਕਰੀਏ ਕਿ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਦ ਉੱਥੇ ਜਿਹੜੇ ਗੁੰਮ ਹੋਏ ਉਹਨਾਂ ਦਾ ਅੱਜ ਤੱਕ ਪਤਾ ਨਹੀਂਗਾ ਚੱਜ ਨਾਲ ਲੱਗਾ। ਕਿ ਪਹਿਲਾਂ ਸ਼੍ਰੋਮਣੀ ਕਮੇਟੀ ਹੋਈ ਆਪ ਹੀ ਕਹਿੰਦੀ 267 ਨੇ, ਹੁਣ 328 ਤੇ ਹੋ ਗਈ, ਪਲੱਸ 125 ਜਿਹੜੇ ਹੋਰ ਨੇ ਉਹਨਾਂ ਦੇ, ਕਿ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਕਿੰਨੇ ਕੁ ਸਰੂਪ ਛਾਪੇ ਨੇ ਤੇ ਕਿੰਨੇ ਕੁ ਰਿਕਾਰਡ ਦੇ ਵਿੱਚ ਨੇ ਹੈਗੇ ਨੇ ਤੇ ਕਿੰਨੇ ਕੁ ਗੈਪ ਹੋਏ ਨੇ। ਜਿਹੜੇ ਮੇਰੇ ਵੀਰਾਂ ਨੇ ਕਿਤੇ ਵੇਖਿਆ ਹੋਵੇ ਨਾ, ਦਰਬਾਰ ਸਾਹਿਬ ਦੇ ਲਾਗੇ ਜਿਹੜਾ ਬਾਬੇ ਦੀਪ ਸਿੰਘ ਗੁਰਦੁਆਰੇ ਦੇ ਲਾਗੇ ਜਿਹੜਾ ਬਣਿਆ ਗੁਰੂ ਗ੍ਰੰਥ ਸਾਹਿਬ ਭਵਨ, ਉੱਥੇ ਵੱਡੀ ਬਿਲਡਿੰਗ ਬਣੀ ਹੈ ਗੁਰੂ ਗ੍ਰੰਥ ਸਾਹਿਬ ਭਵਨ, ਜਿੱਥੇ ਛਾਪਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਉੱਥੇ ਸਰੂਪ ਛਾਪਦੇ ਨੇ ਤੇ ਤੁਸੀਂ ਪੜ੍ਹੇ ਲਿਖੇ ਲੋਕ ਜ਼ਿਆਦਾ ਸਮਝਦੇ ਹੋ ਕਿ ਇਲੈਕਟ੍ਰੋਨਿਕ ਸਿਸਟਮ ਨਾਲ ਜਦੋਂ ਕੋਈ ਚੀਜ਼ ਛਾਪਦੀ ਹੈ ਤੇ ਉਹਦਾ ਸੀਰੀਅਲ ਨੰਬਰ ਆਉਂਦਾ ਹੈ, ਕਿੰਨੇ ਛਪੇ ਨੇ, ਕਿੰਨੇ ਅੰਗ ਇੱਥੋਂ ਨਿਕਲੇ ਨੇ। ਪਰ ਇਹਨਾਂ ਨੇ ਤੇ ਇਸ ਤਰ੍ਹਾਂ ਕਿ ਕੋਈ ਹਿਸਾਬ ਹੀ ਨਹੀਂਗਾ ਕਿ ਕਿੰਨੇ ਅਸੀਂ ਛਾਪੇ ਨੇ ਤੇ ਕਿੱਧਰ ਗਏ ਨੇ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਹੀ ਨਹੀਂਗਾ ਇਹਨਾਂ ਨੂੰ ਪਤਾ ਤੇ ਹੋਰ ਇਹ ਕੀ ਹਿਸਾਬ ਕਿਤਾਬ ਰੱਖ ਸਕਦੇ ਨੇ। ਦੂਜੀ ਗੱਲ ਆ ਗਈ ਕਿ ਜਥੇਦਾਰ ਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰ ਲਏ। ਉਹਨੂੰ ਪਤਾ ਸੀ ਕਿ ਢੱਡਰੀਆਂ ਵਾਲੇ ਨੂੰ ਜਿਹੜਾ ਹੈ ਪੰਥ ਦੇ ਵਿੱਚੋਂ ਛੇਕਣ ਦਾ ਨਾਲ ਬਹੁਤ ਜ਼ਿਆਦਾ ਮੇਰੀ ਸਪੋਰਟ ਬਣ ਜਾਏਗੀ। ਕੁਝ ਜਿਹੜੀਆਂ ਸੰਪਰਦਾਵਾਂ ਨੇ ਉਹ ਨਾਲ ਸੰਪਰਦਾਈ ਲੋਕ ਨਾਲ ਆ ਖਲੋਣਗੇ ਤੇ ਮੇਰਾ ਇਹ ਜਿਹੜਾ ਰੌਲਾ ਘਚੋਲਾ ਉਹ ਵੀ ਵਿੱਚੇ ਹੀ ਰਹਿ ਜਾਏਗਾ। ਢੱਡਰੀਆਂ ਵਾਲੇ ਨੇ ਗਲਤ ਬੋਲਿਆ ਹੋਵੇਗਾ ਪਰ ਉਹਦਾ ਕਲੀਅਰ ਕਰਨਾ ਚਾਹੀਦਾ ਸੀ ਕਿ ਜਿਹੜੀਆਂ ਕਿਤਾਬਾਂ ਜਿਹੜੀਆਂ ਜੋ ਉਹ ਪੜ੍ਹਦਾ ਪਿਆ ਉਹ ਕਿਤਾਬਾਂ ਵੀ ਉੱਥੇ ਹੀ ਨੇ। ਉਹਨਾਂ ਕਿਤਾਬਾਂ 'ਚ ਜੇ ਲਿਖਿਆ ਤੇ ਜਥੇਦਾਰ ਜੀ ਕਲੀਅਰ ਕਰੋ ਪੰਥ ਨੂੰ। ਪੰਥ ਤੁਹਾਡੇ ਕੋਲੋਂ ਇਹ ਉਮੀਦ ਕਰਦਾ ਕਿ ਤੁਸੀਂ ਉਸ ਵਿਵਾਦ ਨੂੰ ਕਲੀਅਰ ਕਰੋ ਕਿ ਲਿਖਿਆ ਕਿਤਾਬਾਂ 'ਚ ਕਿ ਨਹੀਂ ਲਿਖਿਆ। ਜੇ ਲਿਖਿਆ ਤੇ ਉਹਦੀ ਸੋਧ ਕਿਉਂ ਨਹੀਂ ਹੋ ਰਹੀ? ਢੱਡਰੀਆਂ ਵਾਲਾ ਕਿਉਂ ਉਹਦੇ ਤੇ ਬਾਰ-ਬਾਰ ਜਿਹੜੀਆਂ ਜਾਂ ਹੋਰ ਕੱਲਾ ਢੱਡਰੀਆਂ ਵਾਲਾ ਨਹੀਂ, ਹੋਰ ਵੀ ਪੰਥ ਦੇ ਵਿਦਵਾਨ ਜਿਹੜੇ ਲੋਕ ਨੇ, ਵਿਦਵਾਨ ਨੇ, ਹੋਰ ਨੇ, ਪ੍ਰਚਾਰਕ ਨੇ, ਰੋਜ਼ ਬੋਲਦੇ ਨੇ। ਉਹਨੂੰ ਕਲੀਅਰ ਕਰਨਾ ਕਿਹਦਾ ਫਰਜ਼ ਹੈ? ਅਕਾਲ ਤਖਤ ਸਾਹਿਬ ਦਾ। ਉਹ ਕਲੀਅਰ ਨਹੀਂ ਕੀਤਾ, ਏਦਾਂ ਕੱਢੋਗੇ ਕਿਸੇ ਨੂੰ ਤੇ ਉਹ ਬਾਗੀ ਹੋ ਜਾਏਗਾ। ਉਹ ਆਖੇਗਾ ਕਿ ਜੋ ਕਰਨਾ ਕਰ ਲਓ। ਇੱਕ ਸਿਰਫ ਜੇ ਕਿਸੇ ਨੂੰ ਅਕਾਲ ਤਖਤ ਸਾਹਿਬ ਤੋਂ ਕੱਢਣ ਦਾ ਫਰਕ ਪੈਂਦਾ ਨਾ ਤੇ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ ਉਹਦਾ ਰੋਟੀ ਰੋਜੀ ਬੰਦ ਹੋ ਜਾਂਦੀ ਹੈ। ਦੂਜੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਆਪਣਾ ਰੋਟੀ ਪਾਣੀ ਖਾਂਦਾ ਪਿਆ, ਮੰਨਦਾ ਤੇ ਖਾਂਦਾ ਜਿਹੜਾ ਦਿਹਾੜੀ ਲਾਣ ਡਿਆ। ਤੁਹਾਡੇ ਸਾਹਮਣੇ ਹੀ ਆ ਜੋਗਿੰਦਰ ਸਿੰਘ ਸੀ ਸਪੋਕਸਮੈਨ ਵਾਲਾ, ਉਹਨੇ ਪਰਵਾਹ ਹੀ ਨਹੀਂ ਕੀਤੀ ਕਿ ਉਹਦੇ ਨਾਲ ਕਿਸੇ ਨੇ ਵਰਤਣਾ ਛੱਡ ਦਿੱਤਾ।
ਰੋਟੀ ਤੇ ਖਾਣ ਡੇ ਨੇ ਨਾ, ਜ਼ਿੰਦਗੀ ਬੜੀ ਵਧੀਆ ਆਰਾਮ ਨਾਲ ਟੋਰ ਨਾਲ ਜੂਣ ਡੇ ਨੇ। ਬਹਾਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਇਹ ਵੇ ਕਿ ਲੋਕ ਜਿਹੜੇ ਨੇ, ਲੋਕਾਂ ਦੇ ਮਨ ਦੇ ਵਿੱਚੋਂ ਜੇ ਜਥੇਦਾਰਾਂ ਦਾ, ਜੇ ਅਕਾਲ ਤਖਤ ਸਾਹਿਬ ਦਾ ਭੈ ਨਿਕਲ ਜਾ ਗਿਆ ਇਹਨਾਂ ਦੇ ਬਾਰ-ਬਾਰ ਇਦਾਂ ਦੇ ਗਲਤ ਕਾਰਨਾਮੇ ਕਰਨ ਕਰਕੇ। ਗਿਆਨੀ ਇਕਬਾਲ ਸਿੰਘ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿਤਾ ਕਿ ਮੈਂ ਟਕਸਾਲ ਤੋਂ ਪੜ੍ਹਿਆ ਵਾਂ। ਉਹਨੇ ਪ੍ਰੂਫ ਦੇਤੇ ਨੇ ਕਿ ਮਤਲਬ ਮੈਂ ਇੱਥੋਂ ਪੜ੍ਹਿਆ, ਇਸ ਗ੍ਰੰਥ ਤੋਂ ਪੜ੍ਹਿਆ ਵਾਂ, ਤੇ ਜਥੇਦਾਰ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹਨਾਂ ਚੀਜ਼ਾਂ ਨੂੰ ਕਲੀਅਰ ਕਰਦਾ। ਉਹਨੇ ਇਕਬਾਲ ਸਿੰਘ ਨੂੰ ਸੱਦਣ ਦੀ ਵੀ ਖੇਚਲ ਨਹੀਂ ਸਮਝੀ, ਜਿਨੇ ਸਾਰੇ ਗੁਰੂ ਸਾਹਿਬ ਨੂੰ ਤੇ ਸਿੱਖ ਕੌਮ ਨੂੰ ਜਿਹੜਾ ਲਵ ਕੁਸ਼ ਦੀ ਔਲਾਦ ਗਰਦਾਨ ਦਿੱਤਾ ਹੋਵੇ, ਜਿਹੜੇ ਗ੍ਰੰਥਾਂ ਨੇ ਤੇ ਜਿਹੜੇ ਜਥੇਦਾਰ ਨੇ, ਉਥੇ ਜਥੇਦਾਰ ਬੋਲਿਆ ਨਹੀਂ। ਇੰਨੀ ਗੱਲ ਕਰ ਗਿਆ ਜੀ ਕਿਸੇ ਨੂੰ ਸਿੱਖ ਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ। ਸੁੱਚਾ ਸਿੰਘ, ਤੀਜੀ ਗੱਲ, ਸੁੱਚਾ ਸਿੰਘ ਲੰਗਾ ਨੂੰ ਜਿਨ੍ਹਾਂ ਪੰਜ ਪਿਆਰਿਆਂ ਨੇ ਨਿਹੰਗਾਂ ਨੇ ਜਿਹੜਾ ਦੁਬਾਰਾ ਅੰਮ੍ਰਿਤ ਛਕਾਇਆ, ਉਸੇ ਦਿਨ ਹੀ ਉਹ ਸੁੱਚਾ ਸਿੰਘ ਨੂੰ ਲਾਈ ਸਜ਼ਾ ਦੀ ਉਹ ਅਰਦਾਸ ਕਰਨ ਡੇ ਨੇ, ਕਲੀਅਰ ਕਰਨ ਡੇ ਨੇ। ਸੁੱਚਾ ਸਿੰਘ ਨੂੰ ਉਧਰ ਉਹ ਕਲੀਅਰੈਂਸ ਦੇ ਰਹੇ ਨੇ ਜਿੱਦਣ ਜਥੇਦਾਰ ਬਿਆਨ ਦੇ ਰਿਹਾ ਅਕਾਲ ਤਖਤ ਸਾਹਿਬ ਤੋਂ। ਔਰ ਉਦੋਂ 3 ਦਿਨ ਬਾਅਦ ਬਟਾਲੇ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਿਆਹ ਦਾ ਪੁਰਬ ਸੀ, ਉੱਥੇ ਹੀ ਸੁੱਚਾ ਸਿੰਘ ਲੰਗਾ ਦੇ ਪੁੱਤਰ ਸੋਨੂ ਲੰਗਾ ਨੂੰ ਸ਼੍ਰੋਮਣੀ ਕਮੇਟੀ ਸਨਮਾਨ ਕਰਨ ਡਈ ਹੈ। ਅਖਬਾਰ ਦੇ ਵਿੱਚ ਫੋਟੋ ਲੱਗੀ ਹੈ। ਦੱਸੋ ਨਾ ਕਿ ਸੁੱਚਾ ਸਿੰਘ ਲੰਗਾ ਜਿਹੜਾ ਉਹਨਾਂ ਨੂੰ ਰਾਜਸੀ ਤੌਰ ਤੇ ਜੇ ਉਹ ਪਰਿਵਾਰ ਨਾਲ ਕਿਸੇ ਦਾ ਲੈਣਾ, ਕਿਸੇ ਨੇ ਸੰਪਰਕ ਨਹੀਂ ਸੀ ਰੱਖਣਾ, ਜੇ ਜਥੇਦਾਰ ਦਾ ਕਹਿਣਾ ਤਾਂ ਸ਼੍ਰੋਮਣੀ ਕਮੇਟੀ ਉਹਨੂੰ ਸਨਮਾਨ ਕਰਨ ਡਈ ਹੈ। ਉੱਥੇ ਜਥੇਦਾਰ ਚੁੱਪੇ, ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ, ਇੱਕ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ, ਉਦੋਂ ਜਥੇਦਾਰ ਨੇ ਬਿਆਨ ਦੇ ਦਿੱਤਾ ਸੀ ਜੀ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਕੀ ਉਹਨਾਂ ਨੂੰ ਸੱਦਿਆ? ਉਦੋਂ ਦਾ ਉਹ ਕੋਈ ਕਾਰਵਾਈ ਉੱਥੇ ਦੀ ਉੱਥੇ ਚੁੱਪ ਕਰਕੇ ਬਹਿ ਗਏ। ਜੇ ਜੋਗਿੰਦਰ ਸਿੰਘ ਸਪੋਕਸਮੈਨ ਵਾਲੇ ਨੂੰ ਅਕਾਲ ਤਖਤ ਤੋਂ ਛੇਕਿਆ ਗਿਆ ਵੇ ਤੇ ਬਾਦਲਾਂ ਦੇ ਇਸ਼ਤਿਹਾਰ ਜਿਹੜੇ ਨੇ ਉਹ ਕੁਝ ਨਾ ਦਿੱਤੇ, ਉੱਥੇ ਵਿੱਚ ਸਾਰੇ ਉਹਨਾਂ ਦੇ ਬਿਆਨ ਉਹ ਦਿੰਦੇ ਨੇ ਉੱਥੇ। ਇਹ ਆਪ ਤੇ ਲੋਕਾਂ ਨੂੰ ਵਿਚਾਰਿਆਂ ਲੜਾਣ ਡੇ ਨੇ, ਸਿੱਖਾਂ ਨੂੰ ਲੜਾਣ ਡੇ ਹੋ ਤੁਸੀਂ ਆਪ, ਤੇ ਤੁਸੀਂ ਸਾਰੇ ਇਕੱਠੇ ਹੋ ਫਿਰ ਰਾਜਸੀ ਲੋਕ। ਜਥੇਦਾਰ ਨੂੰ ਜਿੱਥੇ ਬਾਦਲ ਬੁਲਾਣ ਉੱਥੇ ਬੋਲਦਾ ਜਥੇਦਾਰ ਦਾ। ਮੈਂ ਪਿੱਛੇ ਬਿਆਨ ਸੁਣਿਆ, ਭਾਈ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦਾ ਭੋਗ ਸੀ ਜਿਹੜਾ ਇਹਦੇ ਲਾਗੇ ਰਾਜਪੁਰੇ ਲਾਗੇ ਜਿਹੜਾ ਜਬਲੈਲ ਜੇਲ੍ਹ ਦੇ ਵਿੱਚ। ਉੱਥੇ ਜਥੇਦਾਰਾਂ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਿ ਜਥੇਦਾਰ ਜੀ ਤੁਸੀਂ ਬਾਦਲ ਪਰਿਵਾਰ ਜਿਹੜਾ ਉਹਦੇ ਵਿੱਚ ਦੋਸ਼ੀ ਹੈ ਬਰਗਾੜੀ ਕਾਂਡ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਜਿਹੜੇ ਨਿਹੱਥੇ ਸਿੰਘਾਂ ਦੇ ਉੱਤੇ ਬਾਈਬਲ ਕਲਾਂ ਦੇ ਵਿੱਚ ਜਿਹੜੀ ਗੋਲੀਆਂ ਮਾਰੀਆਂ ਨੇ ਉੱਥੇ ਬਰਗਾੜੀ ਜਿਹੜੀਆਂ ਨੇ, ਇਹ ਸਾਰਿਆਂ ਦੇ ਵਿੱਚ ਦੋਸ਼ੀ ਹੈ, ਤੇ ਕੀ ਉਹਨੂੰ ਅਕਾਲ ਤਖਤ ਸਾਹਿਬ ਤੋਂ ਸੱਦੋਗੇ? ਉਹ ਕਹਿੰਦਾ ਜੀ ਇਹ ਬੜੀ ਪੁਰਾਣੀ ਗੱਲ ਹੋ ਗਈ ਹੈ, ਇਹ ਗੱਲ ਬੜੀ ਪੁਰਾਣੀ ਹੋ ਗਈ ਹੈ। ਕਹਿੰਦਾ ਕਿ ਰੂੜ ਸਿੰਘ ਨੂੰ ਆਪਾਂ ਜਿਹੜਾ ਆਂਦਾ ਅਕਾਲ ਤਖਤ ਸਾਹਿਬ ਦੇ ਜਿਹਨੂੰ ਸਰੋਪਾ ਦਿੱਤਾ ਸੀ ਉਹਨੂੰ ਕਿਹੜਾ ਤੁਸੀਂ ਕੱਲ ਨੂੰ ਕਹੋਗੇ ਉਹਨੂੰ ਸੱਦੋ? ਕਿ ਰੂੜ ਸਿੰਘ ਨੂੰ 100 ਸਾਲ ਪੁਰਾਣੀ ਗੱਲ ਹੋ ਗਈ ਹੈ। ਮਾਨ ਨੇ ਉਹਦੀ ਮਾਫੀ ਮੰਗੀ ਹੈ, ਉਹਦਾ ਨਾਨਾ ਸੀ ਸਿਮਰਨਜੀਤ ਸਿੰਘ ਮਾਨ ਦਾ, ਰੂੜ ਸਿੰਘ। ਤੇ ਬਾਦਲ ਪਰਿਵਾਰ ਨੂੰ ਤੁਸੀਂ ਦੋਸ਼ੀ, ਤੁਸੀਂ ਮੁਕਤ ਕਰਨ ਡਏ ਹੋ। ਫਿਰ ਅਸੀਂ ਕਹਿੰਦੇ ਆ ਜਥੇਦਾਰ ਬੜਾ ਚੰਗਾ। ਜਥੇਦਾਰ ਦੀ ਦੋਗਲੀ ਨੀਤੀ ਦੇ ਆਪਾਂ ਕਿਉਂ ਅਸੀਂ ਸਿੱਖ ਬੋਲਦੇ ਨਹੀਂਗੇ? ਮੈਂ ਤੇ ਕਈ ਲਿਖ ਕੇ ਪੋਸਟਾਂ ਪਾਈਆਂ ਤੇ ਕਈ ਮੇਰੇ ਵੀਰ ਕਹਿੰਦੇ ਜੀ ਜਥੇਦਾਰ ਦੇ ਬਿਆਨ ਨਾ ਦਵੋ, ਜਥੇਦਾਰ ਨੂੰ ਨਾ ਮਾੜਾ ਕਹੋ। ਮੇਰੇ ਕੋਲ ਆ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਛਪੀ ਆ, ਇਹਦੇ ਐਂਡ ਦੇ ਵਿੱਚ ਆ ਲਿਖਿਆ ਵੇ ਗੁਰਮਤਾ ਕਰਨ ਦੀ ਵਿਧੀ। ਆ ਲਾਗੇ ਤੁਸੀਂ ਦੇਖ ਲਓ, ਇਹਦੇ ਵਿੱਚ ਲਿਖਿਆ ਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਥੇਦਾਰ ਨੂੰ ਹੱਕ ਗੁਰਮਤਾ ਕਰਨ ਦਾ ਕਿੱਥੇ ਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਤੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਤੂੰ ਬੁਲਾਵਾ ਜਥੇਦਾਰ ਜਿਹੜਾ ਕਿਤੇ ਗੁਰਮਤੇ ਨਹੀਂ ਕਰ ਸਕਦੇ, ਉਹਦਾ ਜਿਹੜਾ ਉਹ ਹੋਣਾ ਚਾਹੀਦਾ।
ਕਿ ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੋ ਸਕਦਾ ਹੈ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਦੇ ਲਈ ਹੋਣ। ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਤੇ ਬੀੜ ਦੀ ਨਿਰੋਲਤਾ ਅਤੇ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਕਿਸੇ ਹੋਰ ਸਧਾਰਨ ਧਾਰਮਿਕ, ਜਿਹੜਾ ਅੱਗੇ ਲਿਖਿਆ ਕਿ ਧਾਰਮਿਕ ਵਿਦਿਆ ਸਮਾਜਿਕ ਪੋਲੀਟੀਕਲ ਸਵਾਲਾਂ ਉਤੇ ਗੁਰਮਤਾ ਨਹੀਂ ਹੋ ਸਕਦਾ। ਤੇ ਆ ਜਿਹੜੇ ਗੁਰਮਤੇ ਕੀਤੇ ਨੇ ਇਹ ਰਾਜਸੀ ਤੌਰ ਤੇ ਪ੍ਰੇਰਿਤ ਨਹੀਂ। ਸ਼੍ਰੋਮਣੀ ਕਮੇਟੀ ਦੋਸ਼ੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ। ਤੇ ਜਿਹੜੀ ਢੱਡਰੀਆਂ ਵਾਲੇ ਨੂੰ ਪੰਥ 'ਚੋਂ ਛੇਕਿਆ ਗਿਆ ਕਿ ਉਹਦੇ ਵਿੱਚ ਉਹਦੇ ਨਾਲ ਦਾ ਦੂਜੇ ਪਾਸੇ ਦਮਦਮੀ ਟਕਸਾਲ ਦੋਸ਼ੀ ਨਹੀਂ ਕਿ ਜਿਹੜੀ ਸਿੱਖਾਂ ਨੂੰ ਕਹਿਣ ਡਈ ਹੈ ਕਿ ਮਤਲਬ ਇਹ ਲਵ ਕੁਸ਼ ਦੀ ਲਾ ਦੇ। ਤੇ ਉਥੇ ਜਥੇਦਾਰ ਕਿਉਂ ਚੁੱਪੇ? ਦੋ ਡੇਰਿਆਂ ਦੀ ਲੜਾਈ ਸੀ, ਢੱਡਰੀਆਂ ਵਾਲੇ ਦੀ ਤੇ ਟਕਸਾਲ ਦੀ, ਬਾਬੇ ਧੁੰਮੇ ਦੀ। ਬਾਦਲਾਂ ਦੇ ਦਬਾਅ ਦੇ ਵਿੱਚ ਜਿਹੜਾ ਬਾਬੇ ਧੁੰਮੇ ਨੂੰ ਕੁਛ ਨਹੀਂ ਪੁੱਛਿਆ ਤੇ ਉਹਨੂੰ ਢੱਡਰੀਆਂ ਵਾਲੇ ਨੂੰ ਛੇਕ ਦਿੱਤਾ। ਜਥੇਦਾਰ ਜੀ, ਜੇ ਤੁਹਾਡੇ 'ਚ ਹਿੰਮਤ ਏ ਨਿਰਪੱਖ ਫੈਸਲੇ ਕਰੋ, ਨਹੀਂ ਤੇ ਲੋਕ ਨਾਰਮਲ ਬੰਦਾ ਵੀ ਤੇ ਤੁਹਾਡੇ ਜਿਹੜਾ ਫੈਸਲਿਆਂ ਨੂੰ ਚੈਲੰਜ ਕਰਨ ਲੱਗ ਜਾਏਗਾ। ਹਰ ਬੰਦੇ ਨੇ ਤੁਹਾਡੇ ਫੈਸਲਿਆਂ ਨੂੰ ਚੈਲੰਜ ਕਰਨਾ ਹੈ, ਨਹੀਂ ਤੇ ਲੋਕ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਤੋਂ ਲੋਕ ਪੰਥ ਦੇ ਵਿੱਚ ਡਰ ਹੁੰਦਾ ਸੀ, ਪਰ ਅੱਜ ਕੋਈ ਪਰਵਾਹ ਨਹੀਂ ਕਰਦਾ। ਸਿਰਫ ਇਹਨਾਂ ਨੂੰ ਡਾਰੇ ਆ ਜਿਹੜੇ ਗੁਰਦੁਆਰਿਆਂ ਦੀਆਂ ਸਟੇਜਾਂ ਦੇ ਉਤੋਂ ਪ੍ਰਚਾਰ ਕਰਦੇ ਨੇ ਜਿਨ੍ਹਾਂ ਦਾ ਰੋਟੀ ਰੋਜੀ ਦਾ ਸਾਧਨ ਹੋਵੇ, ਉਹ ਡਰਦੇ ਨੇ ਕਿ ਜੇ ਜਥੇਦਾਰ ਨੇ ਸਾਨੂੰ ਉੱਥੇ ਬੁਲਾ ਲਿਆ ਤੇ ਸਾਨੂੰ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਨਹੀਂ ਦੇਣਾ। ਇੱਕ ਆਮ ਬੰਦਾ ਜਿਹੜਾ ਆਪਣੀ ਕਿਰਤ ਕਰਦਾ ਉਹ ਜਥੇਦਾਰ ਕੋਲ ਨਹੀਂ ਡਰਦਾ ਹੈਗਾ। ਇਸ ਕਰਕੇ ਜਥੇਦਾਰ ਨੂੰ ਗੁਰੂ ਸਿਧਾਂਤ ਦੇ ਤੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਸਿਧਾਂਤ ਦੇ ਮੁਤਾਬਕ ਫੈਸਲੇ ਲੈਣੇ ਚਾਹੀਦੇ ਨੇ। ਰਾਜਨੀਤਿਕ ਸਮਾਜਿਕ ਤੌਰ ਤੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਜਥੇਦਾਰ ਨੂੰ ਸੋਚ ਸਮਝ ਕੇ ਲੈਣਾ ਚਾਹੀਦਾ, ਨਹੀਂ ਤੇ ਇਹਦਾ ਪੰਥ ਨੂੰ ਨੁਕਸਾਨ ਹੋਵੇਗਾ, ਪੰਥ ਇਕੱਠਾ ਨਹੀਂ ਹੋਵੇਗਾ, ਪੰਥ ਦੁਵਿਧਾ 'ਚ ਪਏਗਾ, ਲੜਾਈ ਪੈ ਜਾਏਗੀ। ਅੱਜ ਲੜਾਈ ਬੜੀ ਦੂਰ ਤੱਕ ਪੈ ਗਈ ਹੈ। ਅਖੰਡ ਕੀਰਤਨੀ ਜਥੇ ਵਾਲਿਆਂ ਦੀ ਟਕਸਾਲ ਦੀ ਆਪਸ 'ਚ ਪਹਿਲਾਂ ਲੜਾਈ ਸੀ। ਨਾਮਧਾਰੀ ਦੂਜੇ ਜਿਹੜੇ ਨੀਲੀ ਪੱਗ ਬੰਨ੍ਹਦੇ ਸਨ ਉਹਨਾਂ ਨੂੰ ਵੇਖ ਕੇ ਰਾਜੀ ਨਹੀਂ ਸਨ। ਅੱਜ ਮਿਸ਼ਨਰੀ ਵੱਖਰੇ, ਟਕਸਾਲੀ ਵੱਖਰੇ, ਦੂਜੇ ਬਾਬੇ ਵੱਖਰੇ, ਖੰਡ ਕੀਰਤਨੀ ਵੱਖਰੇ। ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਮੈਨੂੰ ਕਾਲਾ ਨਾ ਕਰੋ ਤੁਸੀਂ। ਆ ਮੇਰੇ ਵੀਰ ਸਤਿਕਾਰਯੋਗ ਬੜੇ, ਮੈਂ ਕਿਹਾ ਸੁਖਵਿੰਦਰ ਸਿੰਘ ਉਹਨਾਂ ਦਾ ਨਾਂ, ਉਹ ਵਿੱਚ ਕਾਲ ਕਰ ਰਹੇ ਨੇ, ਮੇਰੇ ਫੋਨ ਤੇ ਕਾਲ ਕਰ ਰਹੇ ਨੇ ਕਿ ਲਾਈਵ ਮੈਂ ਚੱਲਦਾ ਪਿਆ, ਵਿੱਚ ਨਾ ਕਾਲ ਕਰੋ, ਬੇਨਤੀ ਜ਼ਰੂਰੀ ਹੈ। ਜਿਹੜੀਆਂ ਗੱਲ ਇਹ ਕਿ ਸਾਰੇ ਅੱਗੇ ਵੰਡੀਆਂ ਪਈਆਂ ਨੇ ਸਾਡੀਆਂ, ਤੇ ਜਥੇਦਾਰ ਨੇ ਰਹਿੰਦੀ ਖੂੰਦੀ ਕਸਰ ਅੱਜ ਹੋਰ ਪੂਰੀ ਕਰ ਦਿੱਤੀ ਹੈ। ਜਥੇਦਾਰ ਜੀ, ਜੇ ਤੁਸੀਂ ਪੰਥ ਦੇ ਹਿੱਤਾਂ ਦੇ ਵਿੱਚ ਸੋਚਦੇ ਹੁੰਦੇ ਨਾ ਤੇ ਤੁਸੀਂ ਆਹ ਫੈਸਲਾ ਜਿਹੜਾ ਇਦਾਂ ਨਾ ਦਿੰਦੇ, ਇੱਕ ਪਾਸੇ ਹੋ ਕੇ ਨਾ ਦਿੰਦੇ। ਮੈਂ ਨਾ ਢੱਡਰੀਆਂ ਵਾਲੇ ਦਾ ਸਪੋਰਟਰ ਹਾਂ, ਕਿਉਂਕਿ ਮੈਂ ਕਿਸੇ ਵੀ ਸਾਧ ਨੂੰ ਨਹੀਂ ਮੰਨਦਾ, ਨਾ ਢੱਡਰੀਆਂ ਵਾਲਾ ਨਾ ਟਕਸਾਲ ਕਿਸੇ ਡੇਰੇ ਨਾਲ। ਮੈਂ ਕੇਵਲ ਮੇਰਾ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਮੈਂ ਪੰਥ ਪ੍ਰਵਾਨ ਜਿਹੜੀ ਸਿੱਖ ਰਿਆਤ ਮਰਿਆਦਾ ਵੇ ਉਹਦੇ ਮੁਤਾਬਕ ਆਪਣੇ ਕਾਰਜ ਕਰਨ ਨੂੰ ਪਸੰਦ ਕਰਨਾ ਤੇ ਗੁਰੂ ਗ੍ਰੰਥ ਪਾਤਸ਼ਾਹ ਦੇ ਓਟ ਆਸਰੇ ਤੇ ਚੱਲਣਾ। ਮੈਂ ਨਾ ਜਥੇਦਾਰਾਂ ਤੋਂ ਡਰਨੇ ਆ, ਨਾ ਕਿਸੇ ਨੂੰ ਡਰਾਨੇ ਆ। ਤੇ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗਾ, ਜਿੱਥੇ ਢੱਡਰੀਆਂ ਵਾਲਾ ਗਲਤ ਹੋਵੇ ਉੱਥੇ ਉਹਨੂੰ ਗਲਤ ਕਹੋ, ਪਰ ਜਿੱਥੇ ਉਹਦੇ ਨਾਲ ਧੱਕਾ ਹੋਵੇ ਉੱਥੇ ਉਹਦੇ ਨਾਲ ਖਲੋਵੋ। ਤੇ ਜਿੱਥੇ ਕੋਈ ਵੀ ਧੱਕਾ ਕਰਦਾ ਜਾਂ ਜਥੇਦਾਰ ਗਲਤ ਕਰਦਾ ਤੇ ਉਹਦੇ ਵਿਰੁੱਧ, ਜਥੇਦਾਰ ਦੇ ਵਿਰੁੱਧ ਬੋਲੋ। ਸਾਡਾ ਬੋਲਣਾ ਫਰਜ਼ ਬਣਦਾ ਹੈ ਸਿਧਾਂਤਾਂ ਮੁਤਾਬਕ। ਗੁਰੂ ਨਾਨਕ ਨੇ ਸਾਨੂੰ ਇਹ ਹੱਕ ਦਿੱਤਾ ਹੈ ਕਿ ਅਸੀਂ ਸਿਧਾਂਤਾਂ ਦੇ ਮੁਤਾਬਕ ਬੋਲੀਏ। ਵੀਰੋ, ਮੇਰੀ ਇਹੋ ਹੀ ਬੇਨਤੀ ਹੈ ਕਿ ਜਥੇਦਾਰਾਂ ਦੇ ਇਹਨਾਂ ਫੈਸਲਿਆਂ ਨੂੰ ਜੇ ਉਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਨਹੀਂ ਤੇ ਅਸੀਂ ਉਹਨਾਂ ਦੀ ਪ੍ਰੋੜਤਾ ਨਾ ਕਰੀਏ, ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕਰੀਏ ਕਿ ਜਿਹੜੇ ਜਥੇਦਾਰ ਅੱਗੋਂ ਤੋਂ ਇਹੋ ਜਿਹੇ ਫੈਸਲੇ ਕਰਨ ਲੱਗਿਆ ਉਹਨਾਂ ਦਾ ਜਿਹੜੇ ਨੇ ਨਾ ਕਰਨ। ਦਾਸ ਗੁਰੂ ਬੋਲਦਿਆਂ ਗਲਤੀ ਹੋ ਗਈ ਹੋਵੇ, ਗੁਰੂ ਗ੍ਰੰਥ ਗੁਰੂ ਪੰਥ
ਬਖਸ਼ਣਯੋਗ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੰਤਤਾ ਇੱਕੋ ਹੀ ਗੱਲ ਕਹਿਣੀ ਚਾਹਾਂਗੇ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਅਜੇ ਤੱਕ ਜਿੰਨੇ ਵੀ ਫੈਸਲੇ ਲਿੱਤੇ ਨੇ, ਸਿੱਖ ਸੰਗਤ ਨੂੰ ਅਜਿਹਾ ਜਾਪਦਾ ਹੈ ਕਿ ਬਹੁਤ ਚੰਗੇ ਹਿੱਕ ਠੋਕਵੇਂ ਫੈਸਲੇ ਲਿੱਤੇ ਗਏ ਨੇ, ਪਰ ਸਿੱਖ ਬੁੱਧੀਜੀਵੀ ਜਿਨ੍ਹਾਂ ਫੈਸਲਿਆਂ ਦੀ ਉਮੀਦ ਵਿੱਚ ਬੈਠੇ ਹੋਏ ਨੇ ਕਿ ਉਹ ਗੱਦਾਰ ਜੋ ਵਾਕਈ ਹੀ ਕੌਮ ਦੇ ਨਾਲ ਗੱਦਾਰੀ ਕਰ ਰਹੇ ਨੇ, ਜੋ ਧਾਰਮਿਕ ਅਦਾਰਿਆਂ ਦੇ ਵਿੱਚ ਉੱਚ ਪਦਵੀਆਂ ਤੇ ਬਹਿ ਕੇ ਗਲਤ ਹਰਕਤਾਂ ਕਰ ਰਹੇ ਨੇ, ਜੋ ਕਿਸੇ ਨੂੰ ਵੀ ਤਨਖਾਹੀਆ ਕਰਾਰ ਲਾ ਕੇ ਉਹਨਾਂ ਦੇ ਵੱਡੇ ਗੁਨਾਹ ਲੁਕੋ ਦਿੰਦੇ ਨੇ, ਅਜਿਹੇ ਲੋਕਾਂ ਦਾ ਕੀ ਕੀਤਾ ਜਾਵੇ? ਕਿਉਂਕਿ ਕੌਮ ਨੂੰ ਢਾਹ ਇਹ ਲਾ ਰਹੇ ਨੇ, ਗੁਰੂ ਘਰ ਦੀਆਂ ਗੋਲਕਾਂ ਕੁਣ ਬਣ ਕੇ ਇਹੀ ਖਾ ਰਹੇ ਨੇ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਜੋ ਸਵਾਲਾਂ ਦੇ ਵਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਬਾਰ-ਬਾਰ ਕੀਤੇ ਜਾ ਰਹੇ ਨੇ ਸਿੱਖ ਬੁੱਧੀਜੀਵੀਆਂ ਵੱਲੋਂ, ਉਹਨਾਂ ਦੇ ਇਹ ਕੀ ਜਵਾਬ ਦਿੰਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।